ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਾਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਨਿਹਾਰੀ। ਅਗਾਮੇ ਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਯੁਗ ਪੀੜੀ ਸੋਢੀਆਂ, ਨੇਚਲ ਨੀਮ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰਿ ਅਵਤਾਰੀ, ਜੁਗ ਜੁਗ ਸਤਿਗੁਰ ਧਰਿ ਅਵਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ 23 ਮਈ 2022 ਨੂੰ ਅੱਜ ਜਿਹੜਾ ਸੋਮਵਾਰ ਗੁਰਤਾ ਗੱਦੀ ਦਾ ਦਿਵਸ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਨੂੰ ਜਾਣ ਲੱਗੇ ਨਾ ਸ਼ਹੀਦ ਹੋਣ ਵਾਸਤੇ, ਸ਼ਹੀਦ ਉਹ ਹੁੰਦਾ ਹੈ ਜਿਹੜਾ ਆਪ ਸ਼ਹੀਦ ਹੋਣ ਜਾਵੇ। ਗੁਰੂ ਤੇਗ ਬਹਾਦਰ ਜੀ ਆਪ ਸ਼ਹੀਦ ਹੋਣ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਸ਼ਹੀਦ ਹੋਣ ਗਏ। ਇਹਨੂੰ ਕਹਿੰਦੇ ਨੇ ਸ਼ਹੀਦੀ। ਚਲੋ ਆਪਾਂ ਇਸ ਪੱਖ 'ਤੇ ਅੱਜ ਬੋਲਣਾ ਨਹੀਂ। ਹੁਣ ਜਣੇ ਖਣੇ ਨੂੰ ਸ਼ਹੀਦ ਮੰਨੀ ਜਾਂਦੇ ਨੇ, ਭਾਵੇਂ ਕੋਈ ਐਕਸੀਡੈਂਟ ਨਾਲ ਹੀ ਮਰ ਜੇ ਅਤੇ ਉਹ ਵੀ ਕੌਮੀ ਸ਼ਹੀਦ ਦਾ ਐਲਾਨ ਦੇ ਦਿਓ ਜੀ, ਸ਼ਹੀਦ ਕਰਾਰ ਦੇ ਦਿਓ ਜੀ। ਚਲੋ ਆਪਾਂ ਇਸ ਪਾਸੇ ਨਾ ਜਾਈਏ, ਇਹ ਬੜੀ ਦੁਖਦਾਈ ਪਹਿਲੂ ਆ। ਗੁਰੂ ਅਰਜਨ ਦੇਵ ਜੀ ਜਦੋਂ ਸ਼ਹੀਦ ਹੋਣ ਤੁਰਨ ਲੱਗੇ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਉਸ ਸਮੇਂ ਉਮਰ ਜਿਹੜੀ ਸੀ ਕਰੀਬ 11 ਸਾਲ ਸੀ। 1595 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਕੀ ਵਡਾਲੀ ਵਿਖੇ ਜਨਮ ਹੁੰਦਾ ਹੈ। ਅਤੇ ਜਦੋਂ ਜਨਮ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਜੰਮਿਆ ਪੂਤ ਭਗਤ ਗੋਬਿੰਦ ਕਾ, ਦਸੀ ਮਾਸੀ ਬਾਲਕ ਜਨਮ ਲਿਆ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਪਰਮੇਸ਼ਰ ਦੇ ਸ਼ੁਕਰਾਨਾ ਕਰਦਿਆਂ ਹੋਇਆ ਸ਼ਬਦ ਦਾ ਉਚਾਰਨ ਕੀਤਾ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ। ਪਰ ਸਰੀਕੇ ਨੇ ਬੜੀ ਵਿਰੋਧਤਾ ਕੀਤੀ।
ਦਾਈ ਨੂੰ ਆਖਿਆ ਵੀ ਤੂੰ ਬੱਚੇ ਨੂੰ ਖਤਮ ਕਰ ਦੇ। ਉਹ ਅਸਤਰਾਂ ਦੇ ਨਾਲ ਜ਼ਹਿਰ ਲਾ ਕੇ ਤੇ ਛੇਵੇਂ ਪਾਤਸ਼ਾਹ ਨੂੰ ਮਾਰਨ ਗਈ, ਪਰ ਆਪ ਮਰ ਗਈ। ਫਿਰ ਬ੍ਰਾਹਮਣ ਨੂੰ ਆਖਿਆ ਕਿ ਤੁਸੀਂ ਇਹਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਮਾਰ ਦਿਓ। ਇਹ ਭਰਾ ਆਪਣੇ ਭਤੀਜੇ ਨਾਲ ਕਲ ਰਿਹਾ ਹੈ, ਪ੍ਰਿਥੀ ਚੰਦ। ਅੱਜ ਅਸੀਂ ਕਹਿੰਦੇ ਭਰਾ ਭਰਾ ਨਾਲ ਲੜਦਾ, ਇਹ ਸਦਾ ਹੀ ਲੜਦੇ ਆਏ ਆ। ਇਹ ਝਗੜੇ ਹਮੇਸ਼ਾ ਧਰਤੀ 'ਤੇ ਰਹੇ ਨੇ। ਭਰਾ ਭਰਾ ਦੇ ਸੱਜਣ ਵੀ ਬਣ ਕੇ ਰਹੇ ਨੇ। ਲਛਮਣ ਅਤੇ ਸ਼੍ਰੀ ਰਾਮ ਚੰਦਰ ਜੀ ਭਰਾ ਭਰਾ ਦੇ ਵੈਰੀ ਵੀ ਰਹੇ ਨੇ। ਰਾਵਣ ਅਤੇ ਬਭੀਖਣ ਭਰਾ ਨੇ, ਵੈਰ ਕਮਾਇਆ, ਦਗਾ ਕਮਾਇਆ। ਇਹ ਸਦਾ ਇਸ ਤਰ੍ਹਾਂ ਹੁੰਦੀ ਆਈ ਹੈ। ਭਰਾ ਭਰਾ ਦਾ ਵੈਰੀ ਵੀ ਰਿਹਾ। ਇਹ ਇੱਕ ਭਤੀਜੇ ਦੇ ਨਾਲ ਪ੍ਰਿਥੀ ਚੰਦ ਇਹ ਕੁਛ ਕਰ ਰਿਹਾ ਹੈ। ਤੀਸਰੇ ਜਦੋਂ ਇੱਕ ਦਾਈ ਨੂੰ ਭੇਜਿਆ ਜ਼ਹਿਰ ਦੇ ਕੇ, ਫਿਰ ਬ੍ਰਾਹਮਣ ਨੂੰ ਭੇਜਿਆ। ਜਦੋਂ ਨਾ ਗੱਲ ਬਈ, ਫਿਰ ਇੱਕ ਸਪੇਰੇ ਨੂੰ ਕਿਹਾ ਤੂੰ ਸੱਪ ਛੱਡ ਦੇ ਜਿੱਥੇ ਗੁਰੂ ਹਰਗੋਬਿੰਦ ਖੇਡਣ ਦਏ ਨੇ, ਅਤੇ ਆਪੇ ਡੰਗ ਮਾਰ ਦੇਣਗੇ ਅਤੇ ਮਰ ਜਾਣਗੇ। ਉਹ ਵੀ ਚਾਰਾ ਨਹੀਂ ਚੱਲਿਆ। ਖੈਰ, ਆਪਾਂ ਅੱਜ ਗੱਲ ਕਰਨੀ ਉਹਨਾਂ ਦੀ ਗੁਰਤਾ ਗੱਦੀ 'ਤੇ। ਹੁਣੇ ਤੁਸੀਂ ਭਾਈ ਗੁਰਦਾਸ ਜੀ ਹੁਣਾਂ ਦਾ ਵਾਕ ਸੁਣਿਆ ਕਿ ਪੰਜ ਪਿਆਲੇ ਪੰਜ ਪੀਰ। ਭਾਈ ਗੁਰਦਾਸ ਜੀ ਹੁਣਾਂ ਨੇ ਪਹਿਲੇ ਗੁਰੂਆਂ ਨੂੰ ਪੰਜ ਅੰਮ੍ਰਿਤ ਦੇ ਪਿਆਲੇ ਲਿਖਿਆ। ਪੰਜ ਪਿਆਲੇ ਪੰਜ ਪੀਰ। ਛਟਮ ਪੀਰ, ਛੇਵਾਂ ਪੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਤਕੜਾ ਸਰੀਰ ਸੀ। ਜਿਹੜੇ ਅਸੀਂ ਅੱਜ ਚੋਲੇ ਪਾਉਂਦੇ ਆ ਨਾ 50 ਇੰਚੀ ਦੇ, ਅਤੇ ਛੇਵੇਂ ਪਾਤਸ਼ਾਹ ਦੀਆਂ 50-50 ਇੰਚੀ ਦੀਆਂ ਬਾਹਾਂ ਸਨ। ਅਜੇ ਵੀ ਉਹਨਾਂ ਦਾ ਚੋਲਾ ਪਿਆ, ਉਹਦੀਆਂ 50 ਇੰਚੀ ਦੀਆਂ ਬਾਹਾਂ ਨੇ। ਛਟਮ ਪੀਰ ਬੈਠਾ ਗੁਰ ਭਾਰੀ, ਬੜਾ ਤਕੜਾ ਸਰੀਰ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਇਹ ਅਸੀਂ ਜਿਹੜਾ ਛੇਵੇਂ ਪਾਤਸ਼ਾਹ ਦੇ ਨਾਲ ਮੀਰ ਸ਼ਬਦ ਜੋੜ ਦਿੱਤਾ ਹੈ ਕਿ ਪੀਰੀ ਤੇ ਗੁਰੂ ਨਾਨਕ ਸਾਹਿਬ ਤੋਂ ਚੱਲੀ ਆ, ਅਤੇ ਮੀਰੀ ਜਿਹੜੀ ਆ ਬਾਦਸ਼ਾਹੀ ਆ ਉਹ ਗੁਰੂ ਹਰਗੋਬਿੰਦ ਸਾਹਿਬ ਤੋਂ ਚੱਲੀ ਹੋਈ ਆ। ਅਸੀਂ ਜੋ ਜੋੜਿਆ ਹੋਇਆ। ਪਰ ਮੈਂ ਆਪਣੀ ਤੁਸ਼ ਅਕਲ ਦੇ ਮੁਤਾਬਕ ਇਹ ਗੱਲ ਕਹਿ ਦਿਆਂ, ਜਿਹੜੇ ਸੰਤ ਹੁੰਦੇ ਨੇ, ਪੀਰ ਹੁੰਦੇ ਨੇ, ਗੁਰੂ ਹੁੰਦੇ ਨੇ, ਉਹ ਬਾਦਸ਼ਾਹ ਲੋਕ ਹੁੰਦੇ ਨੇ। ਉਹਨਾਂ ਉੱਤੇ ਕਿਸੇ ਵੀ ਦੁਨਿਆਵੀ ਰਾਜੇ ਦਾ ਹੁਕਮ ਨਹੀਂ ਚੱਲ ਸਕਦਾ। ਗੁਰੂ ਨਾਨਕ ਸਾਹਿਬ ਖੁੱਲ੍ਹ ਪਾਤਸ਼ਾਹ ਨੇ, ਕਬੀਰ ਭਗਤ ਵਰਗੇ ਬਾਦਸ਼ਾਹ ਨੇ। ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜਿਹੜਾ ਸਾਧੂ ਹੁੰਦਾ ਏ ਉਹ ਅਮੀਰ ਵੀ ਹੁੰਦਾ ਏ, ਉਹ ਪੀਰ ਵੀ ਹੁੰਦਾ ਏ। ਪੀਰ ਤਾਂ ਹੁੰਦਾ ਹੀ ਆ, ਉਹ ਅਮੀਰ ਵੀ ਹੁੰਦਾ ਏ। ਦੁਨੀਆ ਦੇ ਕਿਸੇ ਰਾਜੇ ਦਾ ਉਸ ਦੇ ਹੁਕਮ ਨਹੀਂ ਚੱਲਦਾ, ਅਤੇ ਉਸ ਤੋਂ ਵੱਡਾ ਕੋਈ ਦੁਨੀਆ ਉੱਤੇ ਬਾਦਸ਼ਾਹ ਨਹੀਂ ਆ ਜਿਹੜਾ ਸਾਧੂ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਉਹ ਕਬੀਰ ਵੀ ਰਾਜਾ ਵਾ, ਕਬੀਰ ਵੀ ਪੀਰ ਵੀ ਆ, ਅਤੇ ਅਮੀਰ ਵੀ ਆ ਕਬੀਰ। ਮੀਰ ਮਾਣੇ ਪਾਤਸ਼ਾਹ। ਗੁਰੂ ਨਾਨਕ ਸਾਹਿਬ ਮੀਰ ਨੇ, ਅਤੇ ਪੀਰ ਮਾਫ ਕਰਨਾ, ਗੁਰੂ ਨਾਨਕ ਸਾਹਿਬ ਪੀਰ ਨੇ। ਪੂਜ ਲੱਗੇ ਪੀਰ ਆਖੀਏ, ਸਭ ਮਿਲੇ ਸੰਸਾਰ। ਸੁਣਿਆ ਸਿੱਧ ਪੀਰ ਸੁਰਨਾਥ। ਪੀਰ ਮਾਣੇ ਪਾਤਸ਼ਾਹ ਰੱਬ ਗੁਰਿਆਈ। ਗੁਰੂ ਨਾਨਕ ਸਾਹਿਬ ਪੀਰ ਨੇ, ਗੁਰੂ ਨਾਨਕ ਸਿੰਘ ਮੀਰ ਨੇ, ਮੰਮੇ ਨਾਲ ਲਾ ਕੇ ਮੀਰ। ਦੁਨੀਆ 'ਤੇ ਜਿਹੜਾ ਵੀ ਕੋਈ ਸਾਧੂ ਮਹਾਤਮਾ ਹੈ ਉਹ ਪੀਰ ਤਾਂ ਹੈ, ਮੀਰ ਵੀ ਆ। ਪਰ ਅਸੀਂ ਮੀਰੀ ਜਿਹੜੀ ਆ ਉਹ ਛੇਵੇਂ ਪਾਤਸ਼ਾਹ ਦੇ ਨਾਲ ਜੋੜ ਛੱਡੀ ਆ, ਕਿਉਂਕਿ ਉਹਨਾਂ ਨੇ 2 ਤਲਵਾਰਾਂ ਪਹਿਨ ਲਈਆਂ ਸੀ। ਚਲੋ ਮੀਰੀ
मीर दी ते तलवार हुंदी है बादशाह को, पीरां को तलवारां थोड़ा हुंदियां, उन्हां को ज्ञान खड़ग हुंदा है। खैर चलो ये तो लम्मा विशा। गुरु नानक साहब पीर ने, गुरु नानक साहब मीर ने, पर छटम पीर बैठा गुर भारी। पीर लिखिया भाई गुरदास जी हुणां ने, मीर नहीं लिखिया। जिथे पीरी होएगी मीरी तां उत्थे होनी होनी आ। अगली गल जिहड़ी भाई गुरदास जी हुणां लिखी आ कि अर्जन काया पलट के, गुरु अर्जन देव सच्चे पातशाह ने अपने शरीर नूं पलट के मूरत हरगोबिंद सवारी। एक भाई गुरदास जी कहते मूरत उही आ गुरु अर्जन देव वाली आ। अर्जन काया पलट के, केवल शरीर बदलिया है। जोत ओहा जुगत साय सह काया फेर पलटिए, सिर्फ कपड़े बदले गए ने, मनुख नहीं बदलिया गया। कपड़े बदलना को मनुख थोड़ा बदल जाता है, शरीर बदलने दे नाल जोत नहीं बदलती। अर्जन काया पलट के मूरत हरगोबिंद सवारी। चली पीड़ी सोडियां रूप दिखावण वारो वारी। ये हुण गुरु रामदास सोढ़ी ने, रामदास सोढ़ी तिलक दिया गुर शब्द सच निशान दियो। गुरु अमरदास भलियां दी अंस मनसा। गुरु अंगद साहब खत्तरी ने, तृण खत्तरी ने। गुरु नानक साहब बेदी ने। बेदी तो खत्तरियां ते आई गर्दी, खत्तरियां तो भलियां ते गई, ते भलियां तो फिर सोढ़ियां ते आई। बैठा सोढ़ी पातशाह रामदास सतगुरु कहा। गुरु रामदास सोढ़ी ने, गुरु अर्जन देव सोढ़ी ने, गुरु हरगोबिंद साहब सोढ़ी ने। सोढ़ बंस इन्हां दा जिहड़ा पिछोकड़ आ, सोढ़ राजे सोढ़ तो चली अंस बंसा। चली सोढ़ी चली पीड़ी सोढ़ियां रूप दिखावण वारो वारी। अगे लिखिया दल भंजन गुर सूरमा, बड़ जोधा बहु पर उपकारी। दल भंजन वैरियां नूं भन्नण वाले, दलां नूं भन्नण वाले गुरु हरगोबिंद सच्चे पातशाह। बड़ जोधा, कल्ला जोधा नहीं है, जोधे ते बड़े ने धरती उत्ते। अपने वास्ते लड़ते होणगे योधे, जर जोरू जमीन वास्ते योधे लड़ते होणगे। गुरु हरगोबिंद सच्चे पातशाह जर जोरू ते अपने वास्ते नहीं लड़े। बहु पर उपकारी दल पंजन गुर सूरमा, बड़ जोधा बहु पर उपकारी। वो परोपकार की खातर लड़े ने, जर जोरू जमीन वास्ते नहीं वो लड़े। अगे उन्होंने लिखा कि पुछण सिख अरदास कर। गुरु हरगोबिंद साहब बैठे ने, बाबा बुढ़ा जी वर्गे, भाई गुरदास जी वर्गे सिख बैठे ने, ते पुछदे महाराज सच्चे पातशाह पुछण सिख अरदास कर। अरदास मने हथ जोड़ के सिखा ने पुछया छेवें पातशाह नूं, पुछण सिख अरदास कर छे महलां तक दर्श निहारी। आ छेवीं पीढ़ी आ, गुरु नानक साहब तो चली हुई छेवीं पीढ़ी आ। छे महलां तक दर्श निहारी। ये छे पीढ़ियां दे ते दर्शन बाबा बुढ़ा साहब जी कहंदे असीं कर लए ने। ते गां दा की पिछोकड़ जे इन्हां पीढ़ियां दा, भविख की जे इन्हां दा, दस्सिओ जे। छेवें पातशाह बड़े मुस्कराए ते कहन लगे अगम अगोचर सतगुरु बोले मुख ते। पुछण सिख, जदों पुछया फिर बोलना सी अगे। हुण जिद्दां मैनूं कोई पुछे जां मैं तुहानूं पुछां तुसीं अगे बोलोगे। ते पुछण सिख अर पुछण बोलण सतगुरु। अगम अगोचर सतगुरु मुख ते बोले। सुनो संसारी, ऐ बंदे हो संसारी सुनो। फिर तुसां अज जे पुछ ही लिया ना भी गां की बनू इन्हां पीढ़ियां दा,
ਤੇ ਕਹਿਣ ਲੱਗੇ ਇਹਦੇ 'ਚ ਦੋ ਗੱਲਾਂ ਹੋਣੀਆਂ ਜੇ, 6ਵੀਂ ਪੀੜ੍ਹੀ ਤੋਂ ਬਾਅਦ ਦੋ ਗੱਲਾਂ ਹੋਣੀਆਂ ਵਾ। ਉਹ ਕਿਹੜੀਆਂ? ਕਿ ਇੱਕ ਤੇ ਪੀੜ੍ਹੀ ਜਿਹੜੀ ਹੈ ਸੋਢੀਆਂ ਤੋਂ ਬਾਹਰ ਨਹੀਂ ਜਾਣੀ। ਕਲਯੁਗ ਪੀੜ੍ਹੀ ਸੋਢੀਆਂ, ਨੇਚਰ ਨੀਮ ਉਸਾਰ ਖਲਾਰੀ। ਇਹ ਸੋਢ ਬੰਸ ਤੋਂ, ਸੋਢੀਆਂ ਤੋਂ ਬਾਹਰ ਹੁਣ ਪੀੜ੍ਹੀ ਨਹੀਂ ਜਾਣੀ, ਸੋਢੀਆਂ 'ਚ ਰਹਿਣੀ ਹੈ। ਦੂਸਰਾ, ਜੁਗ ਜੁਗ ਸਤਿਗੁਰ ਧਰਿ ਅਵਤਾਰੀ, ਜੁਗ ਜੁਗ ਸਤਿਗੁਰ ਧਰਿ ਅਵਤਾਰੀ। ਇੱਕ ਤੇ ਉਹ ਯੁੱਗ ਵਾ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ। ਪਰ ਇਹ ਉਹ ਯੁੱਗ ਦੀ ਨਹੀਂ ਗੱਲ ਕੀਤੀ ਜਿੱਥੇ ਗੁਰਬਾਣੀ ਨੇ ਸਮੇਂ ਨੂੰ ਵੰਡਦਿਆਂ ਹੋਇਆ ਉਹਦਾ ਨਾਂ ਯੁੱਗ ਰੱਖਿਆ ਨਾ, ਤੇ ਸਾਡੇ ਦੋ ਹੱਥਾਂ ਨੂੰ ਵੀ ਯੁੱਗ ਕਿਹਾ ਗਿਆ ਹੈ। ਗੁਰੂ ਰਾਮਦਾਸ ਦੀ ਉਸਤਤ ਕਰਦਿਆਂ ਹੋਇਆਂ ਭੱਟਾਂ ਨੇ ਕਿਹਾ, ਜੁਗ ਜੋਰ ਕਰ, ਜੁਗ ਜੋਰ ਕਰ। ਮੈਂ ਆਪਣੇ ਦੋਵੇਂ ਹੱਥ ਜੋੜ ਕੇ, ਜੁਗ ਮੈਨੇ ਦੋ। ਸਾਹਿਬ ਕਹਿਣ ਲੱਗੇ ਜੁਗ ਜੁਗ, ਦੋ ਤੇ ਦੋ ਚਾਰ। ਜੁਗ ਜੁਗ ਸਤਿਗੁਰ ਧਰਿ ਅਵਤਾਰੀ। ਕਹਿਣ ਲੱਗੇ ਦੋ ਤੇ ਦੋ ਚਾਰ। 6 ਪੀੜ੍ਹੀਆਂ ਤੁਸਾਂ ਦੇਖ ਲਈਆਂ ਤੇ 4 ਪੀੜ੍ਹੀਆਂ ਹਜੇ ਹੋਰ ਹੋਣੀਆਂ, ਤੇ 4 ਪੀੜ੍ਹੀਆਂ ਤੱਕ ਇਹ ਪੀੜ੍ਹੀ ਚੱਲਣੀ ਆ। ਹੋਰ ਤੇ ਉਸ ਤੋਂ ਬਾਅਦ ਇਹ ਪੀੜ੍ਹੀ ਫਿਰ ਰੱਬ ਕੋਲ ਚਲੀ ਜਾਣੀ ਆ। ਇਹਦਾ ਫਿਰ ਵਾਰਸ ਰੱਬ ਹੀ ਹੋਊਗਾ ਇਸ ਪੀੜ੍ਹੀ ਦਾ। 4 ਪੀੜ੍ਹੀਆਂ ਤੱਕ ਤੇ ਚੱਲੂਗੀ, ਤੇ 4 ਤੋਂ ਬਾਅਦ ਵਾਹ ਵਾਹ ਬਾਣੀ ਨਿਰੰਕਾਰ ਹੈ। ਫਿਰ ਇਹ ਨਿਰੰਕਾਰ ਇਸ ਪੀੜ੍ਹੀ ਦਾ ਮਾਲਕ ਹੋਵੇਗਾ। ਉਹ 6ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕਰਨ ਲੱਗੇ, ਬਾਬਾ ਬੁੱਢਾ ਜੀ ਗੁਰਿਆਈ ਦੀ ਰਸਮ ਅਦਾ ਕਰਨ ਲੱਗੇ, ਤੇ ਬਾਬਾ ਬੁੱਢਾ ਜੀ ਸੇਲੀ ਟੋਪੀ ਲੈ ਕੇ ਆਏ। ਇੱਕ ਕਾਈ ਦਾ ਜਾਂ ਦੱਬ ਦਾ, ਇੱਕ ਉੱਨ ਜੀ ਦਾ, ਇੱਕ ਰੱਸੀ ਜੀ ਵੱਟੀ ਜਾਂਦੀ, ਉਹਨੂੰ ਪੱਗ ਦੇ ਉੱਤੇ ਬੰਨ੍ਹ ਲੈਂਦੇ ਪੁਰਾਣੇ ਫੱਕਰ ਲੋਕ। ਉਹਨੂੰ ਸੇਲੀ ਟੋਪੀ ਬੋਲਿਆ ਜਾਂਦਾ ਸੀ। ਇਹ ਗੁਰੂ ਨਾਨਕ ਸਾਹਿਬ ਨੇ ਜਦੋਂ ਪੀਰਾਂ ਨੂੰ ਮਿਲੇ ਸੀ, ਤੇ ਗੁਰੂ ਨਾਨਕ ਸਾਹਿਬ ਨੇ ਸਿਰ ਦੇ ਉੱਤੇ ਆਪਣੀ ਉਹ ਸੇਲੀ ਟੋਪੀ ਬੱਧੀ ਹੋਈ ਸੀ, ਉਹ ਉੱਨ ਦੀ ਜਾਂ ਕਾਈ ਦੀ ਰੱਸੀ। ਗੁਰੂ ਹਰਗੋਬਿੰਦ ਸਿੰਘ ਕਹਿੰਦੇ ਨਾ ਬਾਬਾ ਜੀ, ਹੁਣ ਸੇਲੀ ਟੋਪੀ ਨਹੀਂ, ਇਹਨੂੰ ਤੋਸੇਖਾਨੇ 'ਚ ਰੱਖੋ, ਹੁਣ ਤੇਗਾ ਲਿਆਓ, ਤੇਗੇ ਦੀ ਲੋੜ ਆ। ਕਦੀ ਮਾਲਾ ਫੇਰਨੀ ਪੈਂਦੀ ਹੈ, ਕਦੀ ਤੇਗਾ ਫੜਨਾ ਪੈਂਦਾ, ਤੇਗ ਲਿਆਓ ਹੁਣ ਤੁਸੀਂ, ਸੇਲੀ ਟੋਪੀ ਨਹੀਂ ਹੁਣ, ਇਹਨੂੰ ਤੋਸੇਖਾਨੇ 'ਚ ਰੱਖ ਦਿਓ। ਉਹ ਫਿਰ ਬਾਬਾ ਬੁੱਢਾ ਜੀ ਨੇ ਕਹਿੰਦੇ 6ਵੇਂ ਪਾਤਸ਼ਾਹ ਨੂੰ ਫਿਰ ਜੋ ਲਿਖਿਆ ਉਹ ਤਾਂ ਹੋਰ ਤਰ੍ਹਾਂ ਲਿਖਿਆ ਵੀ ਇੱਕ ਕਿਰਪਾਨ ਪਾਤੀ, ਉਹ ਗਲਤ ਪਾਸੇ ਨੂੰ ਪੈ ਗਈ। ਫਿਰ ਦੂਜੀ ਆਖੇ ਇਹ ਲਾਉਣੀ ਨਹੀਂ, ਦੂਜੇ ਪਾਸੇ ਨੂੰ ਪਾ ਦਿਓ ਇੱਕ। ਇੱਦਾਂ 2 ਕਿਰਪਾਨਾਂ ਪਾ ਦਿੱਤੀਆਂ। ਨਹੀਂ, ਐਸੀ ਗੱਲ ਨਹੀਂ ਹੋਈ। ਇਹ ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਰਹੀਏ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ। ਇਹ ਜਿਹੜਾ ਤੁਸੀਂ ਅੱਜ ਅਕਾਲ ਤਖਤ ਸਾਹਿਬ ਦੇਖਦੇ ਹੋ, ਗੁਰੂ ਹਰਗੋਬਿੰਦ ਸਿੰਘ ਦਾ ਰਚਿਆ ਹੋਇਆ ਨਹੀਂ ਆ ਇਹ ਤਖਤ। ਗੁਰੂ ਹਰਗੋਬਿੰਦ ਸਿੰਘ ਕੇਵਲ ਥੜਾ ਬਣਾਇਆ ਸੀ, ਥੜੇ ਉੱਤੇ ਬੈਠਦੇ ਸਨ, ਇਮਾਰਤ ਨਹੀਂ ਸੀ, ਥੜਾ ਸੀ। ਇਹ ਮੁੜ ਕੇ ਸਿੱਖ ਮਿਸਲਾਂ ਵੇਲੇ ਇਹ ਉਹਦੇ ਉੱਤੇ ਬਿਲਡਿੰਗ ਉਸਾਰੀ ਗਈ। ਥੜਾ ਅਜੇ ਵੀ ਹੈਗਾ, ਉਹ ਥੜਾ ਉੱਤੇ ਕੋਈ ਬਿਲਡਿੰਗ ਨਹੀਂ 6ਵੇਂ ਪਾਤਸ਼ਾਹ ਨੇ ਉਸਾਰੀ, ਕੇਵਲ ਧੁੱਪੇ ਬਹਿਣ ਵਾਸਤੇ ਥੜਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ, ਮੈਂ ਉਹਨਾਂ ਦੀ ਇੱਕ ਜੀਵਨ ਦੀ ਇੱਕ ਸਾਖੀ ਸੁਣਾਉਣਾ ਚਾਹੁੰਦਾ ਤੁਹਾਨੂੰ, ਟਾਈਮ ਬਹੁਤਾ ਨਾ ਕਿਤੇ ਇੱਧਰ ਉੱਧਰ ਹੋ ਜੇ। 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ। ਇੱਕ ਗੁਮਟਾਲੇ ਦੀ, ਜਿਹਨੂੰ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਆ, ਇੱਕ ਸ਼੍ਰੀ ਹਰਗੋਬਿੰਦਪੁਰੇ ਦੀ, ਤੀਸਰੀ ਕਰਤਾਰਪੁਰ ਦੀ, ਅਤੇ ਚੌਥੀ ਮਹਿਰਾਜ ਬਠਿੰਡੇ ਦੀ। ਕਰਤਾਰਪੁਰ ਦੀ ਜੰਗ ਤੋਂ ਜਦੋਂ 6ਵੇਂ ਪਾਤਸ਼ਾਹ ਵਿਹਲੇ ਹੋਏ ਤੇ ਤੁਰ ਪਏ ਨੇ ਪ੍ਰਚਾਰ ਦੌਰੇ ਵਾਸਤੇ। ਗੁਰੂ ਹਰਗੋਬਿੰਦ ਸਿੰਘ ਨੇ ਮਾਲਵੇ 'ਚ ਅਤੇ ਦੁਆਬੇ ਵਿੱਚ
ਪਿੰਡ ਪਿੰਡ ਜਾ ਕੇ ਬਹੁਤ ਵੱਡਾ ਪ੍ਰਚਾਰ ਕੀਤਾ। ਬੜੇ ਸਥਾਨ ਨੇ ਛੇਵੇਂ ਪਾਤਸ਼ਾਹ ਦੇ, ਜਲੰਧਰ, ਹੁਸ਼ਿਆਰਪੁਰ, ਟਾਂਡਾ, ਕਪੂਰਥਲਾ, ਲੁਧਿਆਣਾ, ਬਠਿੰਡਾ ਸ਼ਹਿਰ 'ਤੇ ਬੜੇ ਜਗ੍ਹਾ ਨੇ ਉਹਨਾਂ ਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਤੁਰ ਕੇ ਪਰਾਂ ਨੂੰ ਇੱਕ ਪਿੰਡ ਵਾ ਡੱਲਾ, ਇਹ ਜਲੰਧਰ ਦੀ ਤਹਿਸੀਲ ਆ, ਆਪਣਾ ਭੋਗਪੁਰ, ਅਤੇ ਭੋਗਪੁਰ ਤੋਂ 2 ਕਿਲੋਮੀਟਰ ਹਾਈਵੇ ਤੋਂ ਲੱਥ ਕੇ, ਜਿਹੜਾ ਜਲੰਧਰ ਤੋਂ ਹਾਈਵੇ ਜਾਂਦਾ ਹੈ ਪਠਾਨਕੋਟ ਨੂੰ, ਉੱਤੇ 26 ਕਿਲੋਮੀਟਰ 'ਤੇ ਜਾ ਕੇ ਭੋਗਪੁਰ ਤਹਿਸੀਲ ਆਉਂਦੀ ਆ, ਅਤੇ ਭੋਗਪੁਰ ਤਹਿਸੀਲ ਤੋਂ ਲੱਥ ਕੇ 2 ਕਿਲੋਮੀਟਰ ਹਟਵਾਂ ਇੱਕ ਪਿੰਡ ਆ ਡੱਲਾ, ਕਰੀਬ ਕਿਲੋਮੀਟਰ ਹੋਊਗਾ ਹਾਈਵੇ ਤੋਂ, ਅਤੇ ਭੋਗਪੁਰ ਤੋਂ 2 ਕਿਲੋਮੀਟਰ ਹੈ। ਮੈਂ ਵੀ ਉੱਥੇ ਕਰੀਬ ਗੁਰਦੁਆਰੇ ਕੋਲ 3 ਕੁ ਮਹੀਨੇ ਰਿਹਾ, ਅਤੇ ਉੱਥੇ ਛੇਵੇਂ ਪਾਤਸ਼ਾਹ ਜਾਂਦੇ ਨੇ ਕਿ ਉਹਨਾਂ ਦਾ ਗੁਰਦੁਆਰਾ ਇੱਕ ਪਿੰਡ ਦੇ ਵਿੱਚ ਹੈ ਜਿੱਥੇ ਉਹ ਬੈਠੇ ਸਨ। ਮੈਂ ਇੱਕ ਗੱਲ ਕਹਿ ਦਿਆਂ ਅੱਜ, ਜਿਹੜੀ ਹਾਸੋਹੀਣੀ ਕਿਤੇ ਰਹਿ ਮੈਨੂੰ ਯਾਦ ਆ ਗਈ, ਕਿਤੇ ਭੁੱਲ ਨਾ ਜਾਵੇ, ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਬਿਆਨ ਦਿੱਤਾ ਵੀ ਘਰ ਵਿੱਚ ਲਾਇਸੈਂਸੀ ਹਥਿਆਰ ਰੱਖੋ। ਕਿੱਡਾ ਹਾਸੋਹੀਣਾ ਬਿਆਨ ਦੇ ਦਿੱਤਾ ਹੈ। ਇਹ PhD ਕੀਤੀ ਇਹਨੇ, ਅਤੇ ਬੇਸਮਝਾਂ ਵਾਲੀਆਂ ਗੱਲਾਂ ਪਿਆ ਕਰਦਾ ਹੈ ਹਰਪ੍ਰੀਤ ਸਿੰਘ। ਇਹ ਘਰ ਵਿੱਚ ਹਥਿਆਰ ਰੱਖੋ। ਹਥਿਆਰ ਤਾਂ ਲੋਕਾਂ ਨੇ ਅੱਗੇ ਬੜੇ ਰੱਖੇ ਹੋਏ ਨੇ, ਗੋਲੀਆਂ ਮਾਰਨ ਦੇ ਨੇ, ਆਂਢੀਆਂ ਗੁਆਂਢੀਆਂ 'ਤੇ ਗੋਲੀਆਂ ਚਲਾਉਂਦੇ, ਹਥਿਆਰ ਤਾਂ ਅੱਗੇ ਬੜੇ ਲੋਕਾਂ ਨੇ ਰੱਖ ਲਏ ਨੇ। ਹੋਰ ਕਹਿੰਦਾ ਰੱਖੋ, ਹੈ ਮਾਰੋ ਭਰਾਵਾਂ ਨੂੰ ਗੋਲੀਆਂ। ਅੱਜ ਗੁਰੂ ਹਰਗੋਬਿੰਦ ਦਾ ਗੁਰਤਿਗਾ ਦਾ ਆਪਣਾ ਗੁਰਿਆਈ ਦਿਵਸ ਵਾ, ਅਤੇ ਉਹ 'ਤੇ ਸੰਦੇਸ਼ ਦਿੰਦਿਆਂ ਹੋਇਆ ਹਰਪ੍ਰੀਤ ਸਿੰਘ ਜਥੇਦਾਰ ਨੇ ਬਿਆਨ ਦਿੱਤਾ, ਹਥਿਆਰ ਰੱਖੋ। ਵੇਖੋ, ਦੁਨੀਆ ਚੰਦਰਮਾ ਤੋਂ ਤਾਂ ਮੰਗਲ ਗ੍ਰਹਿ ਨੂੰ ਜਾਣ ਦਈ ਆ, ਇਹ ਕਹਿੰਦਾ ਹਥਿਆਰ ਰੱਖ ਕੇ ਬਹਿ ਜਾਓ ਘਰਾਂ 'ਚ। ਉਹ ਸਮੇਂ ਦੀ ਲੋੜ ਸੀ ਜਦੋਂ ਛੇਵੇਂ ਪਾਤਸ਼ਾਹ ਨੇ ਆਖਿਆ ਹਥਿਆਰ ਰੱਖੋ, ਕਿ ਅੱਜ ਵੀ ਹਥਿਆਰ ਲੈ ਕੇ ਤੁਰੇ ਫਿਰੋ ਤੁਸੀਂ ਸੜਕਾਂ 'ਤੇ। ਅਤੇ ਇੱਕ ਹੋਰ ਬਿਆਨ ਦਿੱਤਾ ਉਹਨੇ, ਇਹ ਘੋੜ ਸਵਾਰੀ ਸਿੱਖੋ। ਇਹਨੂੰ ਪੁੱਛਣ ਵਾਲਾ ਹੋਵੇ ਵੀ ਅੱਜ ਕੋਈ ਘੋੜਿਆਂ ਦਾ ਯੁੱਗ ਹੈਗਾ, ਸਮਾਂ ਹੈਗਾ? ਸੜਕਾਂ ਉੱਤੇ ਘੋੜੇ ਚੱਲ ਨਹੀਂ ਸਕਦੇ। ਹੁਣ ਤਾਂ ਜਿਹੜੇ ਟਾਂਗੇ ਵਾਹੁੰਦੇ ਸੀ ਉਹਨਾਂ ਨੇ ਵੀ ਗੱਡੀਆਂ ਰੱਖੀਆਂ, ਅਤੇ ਸਾਨੂੰ ਕਹਿੰਦਾ ਘੋੜੇ ਰੱਖ ਲਓ। ਤੂੰ ਘੋੜਾ ਰੱਖ ਕੇ 10 ਦਿਨ ਲਿੱਦ ਸੁੱਟ ਕੇ ਵੇਖਾਂ ਘੋੜੇ ਦੀ, ਫਿਰ ਤੈਨੂੰ ਪਤਾ ਲੱਗ ਜੂ ਘੋੜਾ ਕਿਵੇਂ ਸਾਂਭਿਆ ਜਾਂਦਾ। ਜਦੋਂ 3 ਵਾਰੀ ਲਿੱਦ ਸੁੱਟਣੀ ਪੈ ਗਈ, ਅਤੇ 3 ਵਾਰੀ ਪਾਣੀ ਢਾਉਣਾ ਪੈ ਗਿਆ ਉਹਨੂੰ, ਅਤੇ ਖਰਖਰਾ ਮਾਰਨਾ ਪੈ ਗਿਆ, ਅਤੇ ਪਤਾ ਲੱਗ ਜੂ ਤੈਨੂੰ ਘੋੜਾ ਕਿਵੇਂ ਸਾਂਭਿਆ ਜਾਂਦਾ। ਆਪ 50 ਲੱਖੀ ਗੱਡੀ 'ਚ ਬੈਠਾ ਹੈ, ਗੱਡੀ ਵੀ ਸਰਕਾਰੀ ਅਤੇ ਤੇਲ ਵੀ ਸਰਕਾਰੀ, ਅਤੇ ਸਾਨੂੰ ਕਹਿੰਦਾ ਘੋੜੇ ਰੱਖ ਲਓ। ਵਾਹ ਜਥੇਦਾਰਾ, ਕਿਹੜੇ ਯੁੱਗ ਬਦਲ ਗਏ ਨੇ। ਅੱਜ ਦੇ ਸਮੇਂ 'ਚ ਕਿੱਥੇ ਘੋੜੇ ਦੀ ਲੋੜ ਜ਼ਿੰਦਗੀ 'ਚ? ਕਿਤੇ ਵੀ ਨਹੀਂ ਹੈ। ਐਵੇਂ ਸ਼ੋਸ਼ੇ ਛੱਡੀ ਜਾਂਦਾ, ਉੱਧਰ ਲੋਕਾਂ ਨੇ ਵਿਰੋਧਤਾ ਸ਼ੁਰੂ ਕਰਤੀ ਉਹਦੀ। ਰੱਬ ਖੈਰ ਕਰੇ। ਕੋਈ ਸਮਝ ਨਹੀਂ ਭਾਈ, ਕੋਈ ਤਜਰਬੇਕਾਰ ਬੰਦਾ ਬਿਠਾਓ ਉੱਥੇ, ਕੋਈ ਜਿਹਨੂੰ ਕੋਈ ਜ਼ਿੰਦਗੀ ਦੇ ਕੋਈ ਤਜਰਬੇ ਹੋਣ। ਐਵੇਂ ਰੱਬ ਖੈਰ ਕਰੇ। ਗੁਰੂ ਹਰਗੋਬਿੰਦ ਸਿੰਘ ਡੱਲੇ ਪਿੰਡ 'ਚ ਬੈਠੇ ਹੋਏ ਨੇ। ਭੋਗਪੁਰ ਦੇ ਲਾਗੇ ਪਿੰਡ ਆ ਡੱਲਾ, ਤਹਿਸੀਲ ਜਲੰਧਰ ਦੀ ਇੱਕ ਭੋਗਪੁਰ ਆ, ਅਤੇ ਉਹਨਾਂ ਦਾ ਘੋੜਾ ਪਿੰਡੋਂ ਬਾਰ-ਬਾਰ ਚੁਗਣ ਦਿਆ ਸੀ। ਹੁਣ ਘੋੜੇ ਨੂੰ ਪੱਠੇ ਵੀ ਪਾਉਣੇ ਆ, ਘੋੜੇ ਨੂੰ ਪਾਣੀ ਵੀ ਢਾਉਣਾ ਪੈਣਾ। ਇਹਨੂੰ ਜਥੇਦਾਰ ਨੂੰ ਕਹਿੰਦੇ ਘੋੜਾ ਹੀ ਰੱਖ ਲੈਨੇ, ਅਤੇ ਪਾਣੀ ਅਤੇ ਪੱਠਿਆਂ ਦੀ ਜ਼ਿੰਮੇਵਾਰੀ ਤੂੰ ਚੁੱਕ ਲਾ, ਲਿੱਦ ਵੀ ਆਣ ਕੇ ਸੁੱਟ ਜਾ ਕਰ ਘੋੜਿਆਂ ਦੀ। ਪਿੱਛੇ ਜੇ ਮੈਨੂੰ ਵੀ ਇੱਥੇ ਕਿਸੇ ਨੇ ਕਿਹਾ ਬਾਬਾ ਜੀ ਘੋੜਾ ਘਾੜਾ ਰੱਖੋ ਇੱਥੇ ਆਪਣੇ ਸਥਾਨ 'ਤੇ, ਮੈਂ ਵੀ ਲਿੱਦ ਸੁੱਟਣ ਦੀ ਜ਼ਿੰਮੇਵਾਰੀ ਅਤੇ ਪੱਠੇ ਪਾਉਣ ਦੀ ਜ਼ਿੰਮੇਵਾਰੀ ਤੂੰ ਚੁੱਕ ਲਾ, ਘੋੜਾ ਲੈ ਆਉਨੇ ਆ। ਇਹ ਸਰੀਰ ਨੂੰ ਚਲਾਈਏ, ਇਹਨੂੰ ਨਵਾਈਏ ਧਵਾਈਏ, ਪੱਠੇ ਪਾਈਏ, ਕਿ ਘੋੜਿਆਂ ਨੂੰ ਵੀ ਪੱਠੇ ਪਾਉਣ ਲੱਗ ਪਈ ਹੁਣ। ਇਹੋ ਨਹੀਂ ਘੋੜਾ ਸਾਂਭਿਆ ਜਾਣ ਦਿਆ, ਦੇ ਤੇ ਜੰਜੀ ਰਾਮ ਉਪਾਈਆ, ਇਹੋ ਘੋੜੀ ਨਹੀਂ ਸਾਂਭੀ ਜਾਣਦੀ। ਰੱਬ ਖੈਰ ਕਰੇ। ਉੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਅਤੇ ਘੋੜਾ ਉਹਨਾਂ ਦਾ ਪਿੰਡੋਂ ਬਾਰ-ਬਾਰ ਘਾਹ ਚੁਗਣ ਦਿਆ ਫਿਰਨੀ ਦੇ ਉੱਤੇ। ਉਦੋਂ ਖੁੱਲ੍ਹੀਆਂ ਜ਼ਮੀਨ ਜਗ੍ਹਾ ਹੁੰਦੀਆਂ ਸੀ, ਕੋਈ ਫਸਲਾਂ ਤਾਂ ਇੰਨੀਆਂ ਹੁੰਦੀਆਂ ਨਹੀਂ ਸੀ।
ਚੁਗਦਿਆਂ ਚੁਗਦਿਆਂ ਉਹਨਾਂ ਦੇ ਜਦੋਂ ਘੋੜਾ ਮੂੰਹ ਨਹੀਂ ਘਾਹ ਚੁਗਣਾ ਸੀ ਤੇ ਘੋੜੇ ਦੇ ਮੂੰਹ ਜਦੋਂ ਚੁਗ ਰਿਹਾ ਸੀ ਘਾਹ ਨੂੰ ਤੇ ਵਿੱਚ ਕਿਤੇ ਸੱਪ ਬੈਠਾ ਸੀ ਉੱਥੇ, ਜ਼ਹਿਰੀਲਾ ਫਨੀਅਰ। ਉਹ ਕੀ ਕੀਤਾ ਵੀ ਉਹ ਘੋੜੇ ਦੇ ਮੂੰਹ ਨੂੰ ਉਹਨੇ ਡੰਗ ਮਾਰ ਦਿੱਤਾ। ਛੇਵੇਂ ਪਾਤਸ਼ਾਹ ਦਾ ਬੜਾ ਕੀਮਤੀ ਘੋੜਾ ਤੇ ਡੰਗ ਵੀ ਮੂੰਹ 'ਤੇ ਮਾਰ ਦਿੱਤਾ। ਕਹਿੰਦੇ ਡੰਗ ਉਹ ਜ਼ਹਿਰੀਲਾ ਸੱਪ ਸੀ ਤੇ ਘੋੜਾ ਮਰ ਗਿਆ। ਛੇਵੇਂ ਪਾਤਸ਼ਾਹ ਦਾ ਮੈਂ ਉਸ ਗੁਰਦੁਆਰੇ ਰਹਿ ਕੇ ਆਇਆ ਜਿੱਥੇ ਘਟਨਾ ਵਾਪਰੀ। ਮੈਂ 3 ਮਹੀਨੇ ਉੱਥੇ ਰਿਹਾ 1996 ਦੇ ਵਿੱਚ। ਘੋੜਾ ਮਰ ਗਿਆ ਤੇ ਛੇਵੇਂ ਪਾਤਸ਼ਾਹ ਨੇ ਕੀ ਕੀਤਾ ਵੀ ਉੱਥੇ ਡੂੰਘਾ ਟੋਆ ਪੁੱਟ ਕੇ ਨਾ ਘੋੜਾ ਨੱਪ ਦਿੱਤਾ। ਘੋੜਾ ਨੱਪਤਾ ਤੇ ਉਸ ਪਿੰਡ ਨੂੰ ਵਰ ਦੇ ਦਿੱਤਾ ਵੀ ਅੱਜ ਤੋਂ ਬਾਅਦ ਇਸ ਪਿੰਡ ਦੇ ਵਿੱਚ ਕਿਸੇ ਨੂੰ ਸੱਪ ਨਹੀਂ ਲੜੂਗਾ, ਜਿੱਥੋਂ ਤੱਕ ਇਸ ਪਿੰਡ ਦੀ ਜ਼ਮੀਨ ਵਾ ਉੱਥੋਂ ਤੱਕ ਸੱਪ ਨਹੀਂ ਲੜੇਗਾ, ਤੇ ਜੇ ਲੜ ਵੀ ਗਿਆ ਜ਼ਹਿਰ ਨਹੀਂ ਚੜੂਗਾ। ਤੇ ਦੂਸਰਾ ਵਰ ਦਿੱਤਾ ਉੱਥੇ ਖਲੋ ਕੇ ਛੇਵੇਂ ਪਾਤਸ਼ਾਹ ਨੇ ਜਿੱਥੇ ਘੋੜਾ ਆਪਣਾ ਉਹਨਾਂ ਨਪਾਇਆ। ਇਹ ਉੱਥੇ ਮੁੜ ਕੇ ਸਮੇਂ ਦੇ ਨਾਲ ਸੰਗਤਾਂ ਨੇ ਇੱਕ ਮੱਟੀ ਜੀ ਬਣਾਤੀ, ਸ਼ਹੀਦਾਂ ਦੀ ਮੱਟੀ। ਸ਼ਹੀਦਾਂ ਦੀ ਮੱਟੀ ਕਹਿਣ ਲੱਗ ਪਏ ਉਹਨੂੰ। ਇੱਕ ਵਾਰ ਤਾਂ ਇਹ ਦਿੱਤਾ, ਮੈਂ ਪਹਿਲਾਂ ਵਾਰਾਂ ਦੀ ਗੱਲ ਕਰ ਲਾਂ ਫਿਰ ਦੱਸਦਾ ਉਹਦਾ ਪਿਛੋਂ ਅਗਲਾ ਭਵਿੱਖ ਇਤਿਹਾਸ। ਇੱਕ ਤੇ ਵਾਰ ਇਹ ਦਿੱਤਾ ਤੇ ਦੂਸਰਾ ਵਾਰ ਦਿੱਤਾ ਵੀ ਜੇ ਕੋਈ ਬਾਹਰੋਂ ਵੀ ਹੱਥ ਪੈਰ ਗਲੇ ਵਾਲਾ, ਜਿਹਨੂੰ ਕਹਿੰਦੇ ਕੱਖ ਲੱਗ ਜਾਣੇ, ਉਹ ਵੀ ਆਣ ਕੇ ਇਸ ਅਸਥਾਨ 'ਤੇ ਜਿੱਥੇ ਘੋੜਾ ਨੱਪਿਆ ਵਾ ਇੱਥੋਂ ਦੀ ਮਿੱਟੀ ਲਾਏਗਾ ਤੇ ਉਹਦਾ ਜ਼ਹਿਰ ਵੀ ਉਹਦਾ ਲੱਥ ਜਾਏਗਾ। ਜਿਹਨੂੰ ਕਹਿੰਦੇ ਫਾਂਡੇ ਕਰਾਈਏ ਤੇ ਜ਼ਹਿਰ ਲੱਥ ਜਾਂਦਾ, ਉੱਥੋਂ ਦੀ ਮਿੱਟੀ ਲਾਇਆ ਜ਼ਹਿਰ ਲੱਥ ਜਾਂਦਾ। ਮੈਂ ਉੱਥੇ ਰਿਹਾ 3 ਮਹੀਨੇ। ਬੜੇ ਲੋਕ ਗਲੇ ਆਉਂਦੇ ਹੱਥਾਂ ਪੈਰਾਂ ਵਾਲੇ, ਬਸ ਉੱਥੇ ਮਿੱਟੀ ਆਣ ਕੇ ਬੇਰੀ ਆ ਇੱਕ, ਜਿੱਥੇ ਘੋੜਾ ਨੱਪਿਆ ਬੇਰੀ ਦੇ ਥੱਲੇ ਨੱਪਿਆ। ਬੇਰੀ ਅਜੇ ਵੀ ਹੈਗੀ ਹੈ। ਕਹਿਣ ਲੱਗੇ ਜਿਹੜਾ ਬਾਹਰੋਂ ਆਊਗਾ ਉਹਦੇ ਵੀ ਹੱਥ ਪੈਰ ਇੱਥੇ ਠੀਕ ਹੋ ਜਾਣਗੇ। ਅਜੇ ਉੱਥੇ ਲੋਕ ਸੰਗਤ ਜਿਹੜੇ ਆਉਂਦੇ ਨੇ ਮਿੱਟੀ ਲਾਉਂਦੇ ਨੇ ਠੀਕ ਹੋ ਜਾਂਦੇ ਨੇ। ਉਹ ਗੁਰਦੁਆਰਾ ਸ਼ਹੀਦਾਂ ਕਰਕੇ ਵੱਜਦਾ, 5 ਮੰਜ਼ਲਾਂ ਉਹਦੀਆਂ ਬਿਲਡਿੰਗਾਂ ਨੇ, ਉੱਚਾ ਹੈ ਬੜਾ। ਉਹ ਹੋਇਆ ਕਿ ਉਹ ਜਿਹੜੀ ਮੱਟੀ ਜੀ ਬਣਾਤੀ ਹੈ ਨਾ, ਜਿੱਥੇ ਸੰਗਤਾਂ ਨੇ ਮਗਰੋਂ ਵੀ ਇੱਥੇ ਗੁਰੂ ਹਰਗੋਬਿੰਦ ਸਿੰਘ ਦਾ ਘੋੜਾ ਪੂਰਾ ਹੋਇਆ, ਸੰਗਤਾਂ ਨੇ ਮੁੜ ਕੇ ਉਹ ਜਗ੍ਹਾ ਜੀ ਬਣਾਤੀ। ਇੱਕ ਦੀਵਾ ਜਗਾਉਣ ਲੱਗ ਪਏ। ਗੁਰੂ ਹਰਗੋਬਿੰਦ ਸਾਹਿਬ ਤੋਂ ਉੱਥੋਂ ਤੁਰ ਗਏ ਪਰਾਂ ਨੂੰ ਹੁਸ਼ਿਆਰਪੁਰ ਨੂੰ। ਉੱਥੇ ਸੰਗਤਾਂ ਮੱਟੀ 'ਤੇ ਦੀਵਾ ਜਗਾਉਂਦੀਆਂ ਰਹੀਆਂ ਤੇ ਨਾਂ ਰਾਤਾ ਸ਼ਹੀਦਾਂ ਦਾ ਸਥਾਨ। ਅੱਜ ਵੀ ਗੁਰਦੁਆਰਾ ਸ਼ਹੀਦਾਂ ਦਾ ਗੁਰਦੁਆਰਾ। ਹੋਇਆ ਕੀ ਕਿ 1984 ਦੇ ਵਿੱਚ ਪਿੰਡ ਵਾਲਿਆਂ ਨੇ ਸੋਚਿਆ ਵੀ ਇਹ ਮੱਟੀ ਨੂੰ ਢਾਹ ਕੇ ਤੇ ਵੱਡਾ ਗੁਰਦੁਆਰਾ ਬਣਾਇਆ ਜਾਵੇ, ਤੇ ਕਾਰ ਸੇਵਾ ਦੇ ਦਿੱਤੀ ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲਿਆਂ ਨੂੰ। ਉਹ ਹੁਣ ਇਹ ਕਾਰ ਸੇਵਾ ਵਾਲੇ ਬਾਬੇ ਨੀਆਂ ਬੜੀਆਂ ਡੂੰਘੀਆਂ ਪੁੱਟਦੇ ਨੇ, ਕਿਉਂਕਿ ਬਿਲਡਿੰਗਾਂ ਵੱਡੀਆਂ ਉਸਾਰਨੀਆਂ ਹੁੰਦੀਆਂ 4-4 ਮੰਜ਼ਲਾਂ। ਉਹਨਾਂ ਨੇ ਉੱਥੇ ਉਹ ਜਦੋਂ ਨੀਆਂ ਪੁੱਟੀਆਂ ਨਾ ਡੂੰਘੀਆਂ, ਉਹ ਘੋੜੇ ਦਾ ਪਿੰਜਰ ਨਿਕਲ ਆਇਆ ਥੱਲਿਓ, ਜਿਹੜਾ ਛੇਵੇਂ ਪਾਤਸ਼ਾਹ ਨੇ ਨੱਪਿਆ ਸੀ ਉੱਥੇ। ਕਾਠੀ ਵੀ ਕਹਿੰਦੇ ਗਲ ਗੁਲ ਗਈ, ਉੱਦਾਂ ਹੀ ਨੱਪਤਾ ਉਹ ਬਾਬਾ ਜੀ ਹੁਣਾਂ ਕੀ ਕੀਤਾ, ਉਹਨੂੰ ਸੀਸੇ 'ਚ ਮੜ ਕੇ ਤੇ ਗੁਰਦੁਆਰੇ ਰੱਖ ਲਿਆ। ਹੁਣ ਜਿਹੜਾ ਆਵੇ ਉਹ ਘੋੜੇ ਨੂੰ ਮੱਥਾ ਟੇਕੀ ਜਾਵੇ। ਸਰੀਰ ਪਿੰਜਰ ਸੀ ਘੋੜੇ ਦਾ, ਤੇ ਗੁਰੂ ਗ੍ਰੰਥ ਸਾਹਿਬ ਬਾਅਦਾਂ ਮੱਥਾ ਟੇਕਣ ਤੇ ਪਹਿਲੋਂ ਪਿੰਜਰੇ ਨੂੰ ਮੱਥਾ ਟੇਕਣ। ਉਹ ਘੋੜੇ ਦਾ ਪਿੰਜਰ ਪਿਆ ਸੀ ਉੱਥੇ, ਸੀਸੇ 'ਚ ਬੰਦ ਸੀ ਉਹ। ਉਹਨਾਂ ਆਖਿਆ ਵੀ ਇਹ ਤਾਂ ਕਹਾਣੀ ਉਲਟ ਪਲਟ ਹੋ ਗਈ, ਲੋਕ ਇਹਨੂੰ ਮੱਥੇ ਟੇਕਣ ਲੱਗ ਪਏ। ਉਹ ਫਿਰ ਬਾਬਾ ਜਗਤਾਰ ਸਿੰਘ ਨੇ ਕੀ ਕੀਤਾ ਵੀ ਉੱਥੋਂ, ਮੈਂ ਉੱਥੇ ਰਹਿ ਕੇ ਆਇਆ, ਪਿੰਡ ਵਾਲੇ ਮੈਨੂੰ ਦੱਸਿਆ, ਉਹਨਾਂ ਨੇ ਕੀ ਕੀਤਾ ਵੀ ਉਸ ਘੋੜੇ ਨੂੰ ਖੜ ਕੇ ਨਾ ਕੀਰਤਪੁਰ ਸਾਹਿਬ ਤੇ ਜਲ ਪ੍ਰਵਾਹ ਕਰ ਦਿੱਤਾ। ਅੱਜ ਵੀ ਉੱਥੇ ਬਹੁਤ ਵੱਡਾ ਗੁਰਦੁਆਰਾ ਸ਼ਹੀਦਾਂ। ਇਹ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬੜੇ ਵਾਰ ਮਾਲਵੇ 'ਚ ਦਿੱਤੇ ਹੋਏ ਨੇ, ਕਿਉਂਕਿ ਲੰਮਾ ਸਮਾਂ ਉਹਨਾਂ ਨੇ ਮਾਲਵੇ ਅਤੇ ਮਾਝੇ 'ਚ ਬਤੀਤ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤਾਂ ਬਖਸ਼ਾਂ ਕਰਨ।
ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ।